जी अस्सलाम वालेकुम सर जी। जी वालेकुम सलाम। की हाल चाल है सर? अल्लाह पाक दा करम दुआवां। सर साडे न्यू वीवर्स ਲਈ एक दफ़ा अपना तारुफ करवा दो और अपनी जगह के बारे दस दो। जी मेरा नाम मोहम्मद खलील गुज्जर है। माशाल्लाह। वाले साहब का नाम मोहम्मद जमील गुज्जर। ठीक हो गया। ज़िला मेरा बिहाड़ी है। लोकेशन 120 WB ठीक है। गड़ा मोड़ तो 5 किलोमीटर अगे मेन माशाल्लाह। रोड बिहाड़ी। ज़बरदस्त। अच्छा सर ਤੁਹਾਡੀ माशाल्लाह पहली वीडियो साडे वीवर्स माशाल्लाह बहुत पसंद कर रहे हैं। जी क्यों नहीं। ਉਹਨਾਂ ਦੀ ਫਰਮਾਇਸ਼ ਤੇ ਇੱਕ ਦਫਾ ਤੁਹਾਡੇ ਕੋਲ ਹਾਜ਼ਰ ਹੋਏ ਹਾਂ। मैं ताफेदार। ਸਰ ਕੁਝ ਸਵਾਲ ਨੇ ਭਾਈਆਂ ਦੇ, ਉਹਨਾਂ ਦੇ ਜਵਾਬ ਤੁਹਾਡੇ ਕੋਲੋਂ ਲੈਣ ਦੀ ਕੋਸ਼ਿਸ਼ जी ਕਰਾਂਗੇ। जी ਤੇ ਪਹਿਲਾ ਸਵਾਲ ਜਿਹੜਾ ਭਾਈ ਨੇ ਕੀਤਾ ਉਹ ਇਹ ਕਹਿ ਰਿਹਾ ਕਿ ਜੀ ਅਗਰ ਅਸੀਂ ਨया ਕੰਮ ਸਟਾਰਟ ਕਰੀਏ जी जी। ਤੇ ਉਹਨਾਂ ਨੂੰ ਮਤਲਬ ਬੱਕਰੀਆਂ ਕਿਹੜੀਆਂ ਲੈਣੀਆਂ ਚਾਹੀਦੀਆਂ? ਦੁੱਧ ਵਾਲੀਆਂ ਬੱਕਰੀਆਂ ਲੈਣੀਆਂ ਚਾਹੀਦੀਆਂ, ਗੱਭਣ ਲੈਣੀਆਂ ਚਾਹੀਦੀਆਂ ਜਾਂ ਪੱਠਾਂ ਲੈਣੀਆਂ ਚਾਹੀਦੀਆਂ? करे भाई गल ये है ना कि बंदे की जितनी हसवी तौफीक होवे ठीक हो गया। कि गब्बन बकरी लोगे तुसी वो महंगी मिलेगी। ठीक हो गया। बिल फर्ज हुण तुसी गब्बन लैंदे हो लाख रुपए की 1,30,000 रुपए की ठीक हो ते गया। दुध वालियां बकरियां तुहानू 1,30,000 दी दो मिल जानियां ने। माशाल्लाह। ਉਹਦੇ ਵਿੱਚ ਤੁਹਾਨੂੰ ਇੱਕ ਮਿਲੇਗੀ ਕਿ ਜਿਹਨੇ ਨਵਾਂ ਵਿਊਅਰ ਹੈ ਉਹਨੂੰ ਬਰੀਡਰ ਆਪਣਾ ਲੈਣਾ ਚਾਹੀਦਾ ਇੱਕ ठीक हो गया। ਤੇ ਸਟਾਰਟਿੰਗ 10 ਬੱਕਰੀਆਂ ਤੋਂ ਆਪਣਾ ਸਟਾਰਟਿੰਗ ਕਰ ਲਵੇ। ਬਰੀਡਰ ਘਰ ਦਾ ਹੋਵੇ ਇੱਕ ਤੇ ਉਹਨੂੰ ਦੁੱਧ ਫ੍ਰੀ ਬਚਦਾ ਰਹੇਗਾ। जी जी ਦੁੱਧ ਬਚਣ ਤੋਂ ਇਲਾਵਾ ਉਹਦੇ ਫਿਰ ਜਦੋਂ ਬਰੀਡਰ ਵਿੱਚ ਹੋਗਾ ਬੱਕਰੀਆਂ ਕ੍ਰਾਸ ਹੋ ਜਾਣਗੀਆਂ ਜੀ। ਤੇ ਅੱਲਾ ਮੇਰੇ ਦੇ ਹੁਕਮ ਨਾਲ ਦੁਬਾਰਾ ਬੱਕਰੀਆਂ ਪ੍ਰੈਗਨੈਂਟ ਹੋ ਕੇ ਸੂ ਜਾਣਗੀਆਂ। ਦੁੱਧ ਉਹਨੂੰ ਜਿਹੜਾ ਖਰਚਾ ਕਰੇਗਾ ਉਹਦਾ ਦੁੱਧ ਹੀ ਡਾਲ ਦੇਗਾ। ठीक हो गया। ਯਾਨੀ ਜਿਹੜੀ ਗੱਭਣ ਬੱਕਰੀ ਉਹ ਤੇ ਫਿਰ ਮਹਿੰਗੀ ਮਿਲੇ, ਅਗਰ ਉਹਦੇ ਵਿੱਚ ਤੌਫੀਕ ਹੈ ਤੇ ਫਿਰ ਗੱਭਣ ਲੈ ਲਵੇ, ਉਹਦੇ ਹੋਰ ਵੀ ਰਿਜ਼ਲਟ ਹੈ ਕਿ ਬੱਚੇ ਬਚ ਜਾਣਗੇ ਨਾਲ ਫਿਰ। ठीक हो गया। हाँ जी। यानी कि ਤੁਹਾਡੇ ਹਿਸਾਬ ਦੇ ਨਾਲ ਕਿ ਗੱਭਣ ਬੱਕਰੀਆਂ ਬਿਹਤਰ ਨੇ? हाँ जी गब्बन बेहतर ने। ठीक है। अगर दोस्त दे अगर हसब तौफीक है, अगर नहीं है तो फिर आप दुध वाली लवे वो बेहतर ने। ठीक है। अच्छा सर ਜਿਹੜੀ ਇਸ ਟਾਈਮ ਬੱਕਰੀ ਦੀ ਇੱਕ ਨਾਰਮਲ ਕੀਮਤ ਆ जी ਪੀਤਲ ਬੱਕਰੀ ਦੀ जी। ਮੈਕਸਿਮਮ ਕਿੰਨੇ ਦੀ ਇੱਕ ਬੱਕਰੀ ਹੈਗੀ ਹੈ ਦੁੱਧ ਵਾਲੀ? ਚਾਰੇ ਭਾਈ ਗੱਲ ਪਤਾ ਕੀ ਹੈ, ਇਹ ਜਿੰਨਾ ਗੁੜ ਪਾਓ ਉਨਾ ਮਿੱਠਾ। ਠੀਕ ਹੋ ਠੀਕ ਗਿਆ। ਹੈ। ਹੁਣ ਮਾਸ਼ਾਅੱਲਾ ਅੱਲਾਹ ਪਾਕ ਦਾ ਮਾਲ ਹੈ। ਵੇਖੋ ਕਿ ਬੱਕਰੀ ਤੇ ਉਹ ਵੀ ਹੈ ਜੀ ਜਿਹੜੀ 40-50 ਹਜ਼ਾਰ ਦੀ 30 ਹਜ਼ਾਰ ਦੀ ਮੰਡੀੋਂ ਮਿਲ ਜਾਂਦੀ ਹੈ। ਬਿਲਕੁਲ ਬਿਲकुल। ਤੇ ਬੱਕਰੀ ਅੱਲਾਹ ਪਾਕ ਦਾ ਸ਼ੁਕਰ ਹੈ ਵੀ ਹੈ ਜਿਹੜੀ 4-4 ਲੱਖ ਰੁਪਏ ਦੀ ਵੀ ਹੈ ਵੀ ਬੱਕਰੀ ਹੈ। ਮਾਸ਼ਾਅੱਲਾ। ਲੇਕਿਨ ਉਹ ਕੁਆਲਿਟੀ ਹੁੰਦੀ ਹੈ ਕੰਬਰਸਰੀ ਬੀਤਲ ਹੈ ਨਾ ਜੀ, ਇਹਦੀ ਹਾਈ ਕੁਆਲਿਟੀ ਇਹਦਾ ਰੇਟ ਹੈ। ਬਿਲकुल। ਬਾਕੀ ਦੂਜੀਆਂ ਬੱਕਰੀਆਂ ਨੇ ਜਿਵੇਂ ਉਹ ਆਪੋ ਆਪਣੀਆਂ ਬੱਕਰੀਆਂ ਦੇ ਰੇਟ ਨੇ। ਹਾਂਜੀ ਹਾਂਜੀ। ਬਾਕੀ ਚੀਨੀ ਬੱਕਰੀ ਅੱਛੀ ਹੈ ਲੇਕਿਨ ਫਿਲਹਾਲ ਹਾਈ ਕੁਆਲਿਟੀ ਇਹਨਾਂ ਦੀ ਅੱਗੇ ਜਾ ਰਹੀ ਹੈ। ਜ਼ਬਰਦਸਤ। ਹਾਂਜੀ ਅੱਛਾ ਸਰ ਹੁਣ ਇਹ ਦੱਸੋ ਕਿ ਅਗਰ ਕੋਈ ਬਾਈ 10 ਬੱਕਰੀਆਂ ਪਾਲ ਰਿਹਾ ਆਪਣੇ ਘਰ ਦੇ ਵਿੱਚ, ਜੀ ਠੀਕ ਹੈ, ਤੇ ਉਹਨਾਂ ਨੂੰ ਖਾਣੇ ਦੇ ਵਿੱਚ ਕੀ ਦਵੇ ਜਿਹੜੀ ਕਾਸਟ ਵੀ ਉਹਨਾਂ ਨੂੰ ਸਸਤੀ ਪਵੇ, ਜੀ ਠੀਕ ਹੈ, ਤੇ ਐਵਰੇਜ ਵੀ ਠੀਕ ਆਏ, ਜੀ ਉਹ ਦੱਸੋ। ਕਿਉਂਕਿ ਸ਼ਹਿਰ ਦੇ ਵਿੱਚ ਜਿਹੜੇ ਆ ਨਾ ਉਹ ਸਵਾਲ ਦੁਬਾਰਾ ਉਹੀ ਵੀਡੀਓ 'ਚ ਆ ਰਿਹਾ ਜੀ। ਕਿ ਉਹਨਾਂ ਨੂੰ ਸਭ ਚਾਰੇ ਲਈ ਬਹੁਤ ਜ਼ਿਆਦਾ ਮਸਲਾ ਹੈਗਾ। ਉਹ ਜੀ। ਭਾਈ ਬਾਰ-ਬਾਰ ਲੋਕ ਇਹੀ ਸਵਾਲ ਕਰ ਰਹੇ ਆ ਕਿ ਕੋਈ ਐਸਾ ਚਾਰਾ ਦੱਸਣ ਜਿਹੜਾ ਸ਼ਹਿਰ ਦੇ ਵਿੱਚ ਈਜ਼ੀਲੀ ਜਿਹੜਾ ਨਾ ਗੱਲ available ਪਤਾ ਹੋ ਮੇਰਾ ਭਰਾ ਕੀ ਹੈ, ਜਿਹੜੀ ਤੁਸੀਂ ਦੁੱਧ ਵਾਲੀ ਬੱਕਰੀ ਲਓਗੇ ਨਾ, ਜੀ। ਅਗਰ ਉਹ ਬਿਲ ਫਰਜ ਉਹਨੂੰ ਵੰਡਾ ਪਾ ਦਿੰਦੇ ਹੋ, ਦਾਣੇ ਵਗੈਰਾ ਪਾ ਦਿੰਦੇ ਹੋ, ਠੀਕ ਹੋ ਗਿਆ। ਤੇ ਉਹ ਅੱਲਾ ਮੇਰੇ ਦੇ ਹੁਕਮ ਨਾਲ ਅਗਰ ਬੱਕਰੀ 500 ਖਾਏਗੀ ਤੇ ਸ਼ਾਮ ਨੂੰ 300 ਦਾ ਤੁਹਾਨੂੰ ਦੁੱਧ ਵੀ ਦੇਗੀ। ਮਾਸ਼ਾਅੱਲਾ। ਉਹਦੇ ਵਿੱਚ ਕੋਈ ਤੁਹਾਨੂੰ ਐਡਾ ਈਜ਼ੀਲੀ ਯਾਨੀ ਖਰਚੇ ਵਾਲੀ ਗੱਲ ਨਹੀਂ। ਅਗਰ ਤੁਸੀਂ ਬੱਕਰੀ ਲੈਂਦੇ ਹੋ ਸੁੱਕੀ, ਫਿਰ ਉਹਨੂੰ ਤਿਆਰ ਕਰਦੇ ਹੋ, ਬਰੀਡਰ ਛੱਡਦੇ ਹੋ, ਉਹਦੇ ਵਿੱਚ ਸਾਰਾ ਖਰਚਾ ਤੁਹਾਡਾ ਹੋ ਜਾਣਾ ਹੈ। ਉਹਦੇ ਤੁਹਾਨੂੰ ਪੱਲੋਂ ਹੀ ਉਹਦਾ ਖਰਚਾ ਹੋਣਾ ਹੈ। ਠੀਕ ਹੋ ਫਿਰ ਉਹ ਜਿੰਨਾ ਵੀ ਖਰਚਾ ਹੋਏਗਾ ਆਪਣੇ ਪੱਲੋਂ ਦੇਗੀ, ਜਦੋਂ ਸੂਏਗੀ ਫਿਰ ਹੀ ਉਹਦੀ ਇਨਕਮ ਆਏਗੀ। ਐਵੇਂ ਹੀ ਆ। ਤੇ ਮੈਂ ਤੇ ਮੇਰੇ ਭਰਾ ਨੂੰ ਇਹ ਕਹਿਣਾ ਚਾਹੀਦਾ ਕਿ ਉਹਨੂੰ ਵੰਡਾ ਪਾਣ। ਵੰਡੇ ਤੋਂ ਮੁਰਾਦ ਹੈ ਕਿ ਹੁਣ ਜਿਵੇਂ ਸਰਦੀਆਂ ਦੀ ਮੌਸਮ ਹੈ, ਜੀ ਜੀ। ਸੁੱਕਾ ਦਾਣਾ ਹੋਵੇ, ਇੱਕ ਬੱਕਰੀ ਨੂੰ ਕਿਲੋ ਦਾਣਾ ਬੜਾ ਹੈ। ਠੀਕ ਹੋ ਕਿਲੋ ਦਾਣਾ ਸ਼ਾਮੀ ਉਹਨੂੰ ਪਾਏ ਜਾਵੇ, ਜਦੋਂ ਪਾਣੀ ਛਾਣੀ ਪੀ ਲੈਣਾ ਉਸ ਟਾਈਮ ਉਹਨੂੰ ਸ਼ਾਮੀ ਦਾਣਾ ਪਾਵੇ। ਤੇ ਵੈਸੇ ਜਿਹੜੀਆਂ ਗੱਭਣਾ ਬੱਕਰੀਆਂ ਦੁੱਧ ਤੇ ਨਹੀਂ ਆਉਂਦੀਆਂ, ਜਿਹੜੀਆਂ ਹੁੰਦੀਆਂ ਨੇ ਨਾ ਹੁਣ ਬੱਕਰੀਆਂ ਸੂਈਆਂ ਦੁੱਧ ਤੇ ਨਹੀਂ ਆ ਰਹੀਆਂ, ਉਹਨਾਂ ਨੂੰ ਦਾਣੇ ਦੇ ਵਿੱਚ ਗੁੜ ਲਾ ਕੇ ਦਿੱਤਾ ਜਾਵੇ ਕੁੱਟ ਕੇ, ਤੇ ਬੱਕਰੀਆਂ ਇਨਸ਼ਾਅੱਲਾ ਦੁੱਧ ਤੇ ਆਣਗੀਆਂ। ਕੀ ਤੁਸੀਂ ਆਪਣਾ ਉਹਨਾਂ ਨੂੰ ਪਰਸੀਨ ਪਾਓ, ਚਟਾਲਾ ਇਹ ਬੜਾ ਜ਼ਬਰਦਸਤ ਹੈ। ਚਟਾਲੇ ਦਾ ਤੇ ਲੂਸਣ ਦਾ ਬੜਾ ਰਿਜ਼ਲਟ ਹੈ। ਠੀਕ ਹੋ। ਹੁਣ ਕਾਫੀ ਹੁਣ ਵੇਖੋਗੇ ਲੂਸਣ ਦੀ ਮੌਸਮ ਹੈ। ਜੀ ਜੀ। ਜਿਹੜੇ ਦੋ ਸ਼ੌਂਕ ਕਰ ਰਹੇ ਨੇ ਉਹ ਲੂਸਣ ਲੈ ਲੈਣ, ਆਪਣਾ ਲੈ ਕੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਸਟੋਕ ਕਰ ਲੈਣ ਆਪਣਾ। ਠੀਕ ਹੋ ਗਿਆ। ਲੂਸਣ ਜਿਹੜਾ ਹਰਾ ਪਾਣਾ ਉਹਦਾ ਹੋਰ ਰਿਜ਼ਲਟ ਹੈ, ਜਿਹੜਾ ਸੁਕਾ ਕੇ ਪਾਣਾ ਉਹ ਤੋਂ ਵੀ ਜ਼ਿਆਦਾ ਅੱਛਾ ਹੈ। ਇੱਕ ਉਹ ਸੁੱਕਾ ਹੁੰਦਾ ਉਹਦੇ ਨਾਲ ਜਾਨਵਰ ਪਾਣੀ ਪੀਂਦਾ, ਉਹ ਮਾਸ਼ਾਅੱਲਾ ਗਰੋ ਬੜੀ ਅੱਛੀ ਕਰਦਾ ਹੈ। ਅੱਛਾ ਯਾਨੀ ਕਿ ਜਿਹੜਾ ਖੁਸ਼ਕ ਲੂਸਨ ਹੈ ਹਾਂਜੀ ਉਹ ਇਹਨਾਂ ਲਈ ਬਿਹਤਰ ਹੈ। ਬਿਹਤਰ ਹੈ ਜੀ, ਬਿਹਤਰ ਹੈ। ਹੁਣ ਦੇ ਮੌਸਮ ਹੈ, ਹੁਣ ਬੰਦਾ ਲੈ ਲੈਣਾ ਆਪਣਾ, ਲੈ ਕੇ ਸੁਕਾ ਲਵੇ, ਕਿਉਂ ਵਕਤੀ ਤੌਰ ਤੇ ਲੂਸਣ ਬੜਾ ਮਹਿੰਗਾ ਲੱਭਦਾ ਸ਼ਹਿਰਾਂ 'ਚ। ਬਿਲਕੁਲ। ਹੁਣ ਕਾਫੀ ਦੋਸਤ ਨੇ ਜਿਹੜੇ ਲੂਸਣ ਨਹੀਂ ਲੈ ਸਕਦੇ ਹੈਗੇ, ਹੁਣ ਅਗਰ ਲੈ ਲੈਣ ਸਬਜ਼ ਲੂਸਣ ਹੁਣ ਸਸਤਾ ਲੱਭ ਜਾਏਗਾ, ਹੁਣ ਮੌਸਮ ਹੈ। ਆਪਣਾ ਤੂੜੀ ਵਾਲਾ ਸਿਸਟਮ ਸਰ ਉਹ ਤੂੜੀ ਤੋਂ ਗੱਲ ਪਤਾ ਕੀ ਹੈ, ਵੇਖੋ ਨਾ ਕਿ ਇਹ ਹਰ ਇੱਕ ਜਾਨਵਰ ਦਾ ਇੱਕ ਆਪਣਾ ਨਿਜ਼ਾਮ ਹੁੰਦਾ ਹੈ। ਤੂੜੀ ਵਾਲਾ ਵੰਡਾ ਬੜਾ ਜਾਨਵਰ ਬਰਦਾਸ਼ਤ ਕਰ ਜਾਂਦਾ ਹੈ। ਇਹ ਜਿਹੜੀ ਬੱਕਰੀ ਜ਼ਾਤ ਹੁੰਦੀ ਹੈ ਨਾ, ਇਹ ਨਹੀਂ ਇਸ ਟਾਊ ਵਾਲੀ ਨਹੀਂ ਸਹੀ ਤਰੀਕੇ ਨਾਲ ਕਰ ਸਕਦੀ ਹੈ। ਕਾਫੀ ਦੋਸਤ ਪਾ ਰਹੇ ਨੇ ਸ਼ਹਿਰਾਂ ਦੇ ਵਿੱਚ, ਇਹ ਨਹੀਂ ਕਿ ਨਹੀਂ ਪਾਉਂਦੇ ਹਨ, ਤੂੜੀ ਦੇ ਵਿੱਚ ਵੰਡਾ ਮਿਕਸ ਕਰਦੇ ਨੇ, ਖਾ ਵੀ ਜਾਂਦੀਆਂ ਨੇ, ਲੇਕਿਨ ਮੇਰੇ ਕਾਗਜ਼ਾਂ ਵਿੱਚ ਨਹੀਂ ਸਹੀ ਹੈ। ਅੱਗੇ ਹਰ ਬੰਦੇ ਦਾ ਆਪਣਾ ਮਸਲਾ ਭਾਈ। ਠੀਕ ਹੋ ਗਿਆ। ਹਾਂਜੀ। ਅੱਛਾ ਸਰ ਹੁਣ ਇਹ ਦੱਸੋ ਕਿ ਬਰੀਡਿੰਗ ਦਾ ਜਿਹੜਾ ਨਾ ਸਹੀ ਮੌਸਮ ਕਿਹੜਾ ਹੈਗਾ? ਕਿਸ ਮੌਸਮ 'ਚ ਬਰੀਡਿੰਗ ਕਰਵਾਉਣੀ ਬਰੀਡਿੰਗ ਚਾਹੀਦੀ? ਦਾ ਮੌਸਮ ਵੇਖੋ ਨਾ ਕਿ ਇਹ ਹੁਣ ਜਿਹੜਾ ਪਿਛਲਾ ਮਹੀਨਾ ਲੰਘਿਆ 9ਵਾਂ 10ਵਾਂ ਮਹੀਨਾ, ਜੀ ਜੀ। ਇਹ ਬੜਾ ਬੈਸਟ ਹੈ ਬਰੀਡਿੰਗ ਵਾਸਤੇ। ਇੱਕ ਰਾਓ ਬੱਕਰੀ ਤੁਹਾਡੀਆਂ ਸਿਆਲਾ ਕੱਢ ਕੇ ਜਾ ਕੇ ਦੂਜੇ ਮਹੀਨੇ ਸੂਣਗੀਆਂ, ਤੀਜੇ ਉਹ ਬੈਸਟ ਹੈ। ਜਿਹੜੀ ਬੱਕਰੀ 12ਵੇਂ ਜੀ ਜਾਂ ਪਹਿਲੇ ਸੁੰਦੀ ਹੈ ਨਾ, ਹੁਣ ਅਸੀਂ ਤੇ ਛੇੜੂ ਬੰਦੇ ਮਿਹਨਤ ਕਰਦੇ ਆਪਣੇ ਪਾਲ ਲੈਣਾ, ਲੇਕਿਨ ਸ਼ਹਿਰ ਵਾਲੇ ਭਾਈਆਂ ਵਾਸਤੇ ਬੜੀ ਤੰਗੀ ਹੈ।
ਠੀਕ ਹੋ ਸ਼ਹਿਰ ਦੇ ਵਿੱਚ ਉਹਨਾਂ ਵਾਸਤੇ ਫਲਾਂ ਨੂੰ ਬਚਾਉਣਾ, ਸਿਆਲੇ ਤੋਂ ਠੱਡ ਵਗੈਰਾ, ਕੋਈ ਬੱਚੇ ਨੂੰ ਠੱਡ ਲੱਗੀ ਤੇ ਬੱਚਾ ਗਿਆ। ਜੀ ਬਿਲਕੁਲ। ਹਾਂਜੀ, ਇਹ ਬੜਾ ਦੇਖਣਾ ਸਰ ਪੈਂਦਾ। ਕਿਹੜੇ ਟਾਈਮ ਕ੍ਰਾਸ ਕਰਵਾਉਣੀ ਚਾਹੀਦੀ ਹੈ ਫਿਰ, ਕਿ ਤਾਂ ਕਿ ਟਾਈਮ ਤੇ ਜਿਹੜਾ ਨਾ ਡਿਲੀਵਰ। ਮੈਂ ਸਰ ਹੁਣ ਮੇਰੀਆਂ ਬੱਕਰੀਆਂ ਮਾਸ਼ਾਅੱਲਾ ਤੁਹਾਡੇ ਸਾਹਮਣੇ ਨੇ, ਇਹ ਅਲਹਮਦੁਲਿਲਾ ਕੋਈ ਮਹੀਨੇ ਡੇਢ ਦੀਆਂ ਗੱਭਣਾਂ ਨੇ। ਇਹ ਸਾਰੀਆਂ ਬੱਕਰੀਆਂ ਕੋਈ ਦੂਜੇ ਮਹੀਨੇ ਸੂਣਗੀਆਂ, ਕੋਈ ਤੀਜੇ 'ਚ। ਠੀਕ ਹੈ। ਉਹ ਫਿਰ ਅੱਗੋਂ ਮੈਨੂੰ ਯਾਨੀ ਗੰਦਮ ਦਾ ਵੀ ਰਿਜ਼ਲਟ ਆ ਜਾਏਗਾ। ਯਾਨੀ ਕਿ ਤੁਸੀਂ 11ਵੇਂ ਮਹੀਨੇ ਇਹਨਾਂ ਨੂੰ ਕ੍ਰਾਸ ਕਰਵਾਇਆ। ਹਾਂਜੀ, 11ਵੇਂ ਕ੍ਰਾਸ ਕਰਾਣੇ ਆ। 11ਵੇਂ ਕ੍ਰਾਸ ਕਰਵਾਇਆ ਤੇ ਤੁਹਾਨੂੰ ਜਾ ਕੇ ਤੀਜੇ ਦੇ ਵਿੱਚ ਤੀਜੇ ਸੂਣਗੀਆਂ। ਉਸ ਟਾਈਮ ਅੱਗੋਂ ਮੈਨੂੰ ਗੰਦਮ ਵੀ ਲੱਭੇਗੀ, ਨਾੜ ਹੋ ਗਿਆ ਬੱਕਰੀਆਂ ਨੂੰ। ਫਿਰ ਕਈ ਤਰ੍ਹਾਂ ਦੀ ਫਲੀ ਹੁੰਦੀ ਹੈ। ਠੀਕ ਹੋ ਇਹ ਗਿਆ। ਰੱਜ ਹੁੰਦੀ ਹੈ ਬੱਕਰੀ, ਫਿਰ ਫਲੀ ਖਾਂਦੀ ਹੈ ਮਾਸ਼ਾਅੱਲਾ, ਫਿਰ ਦੁੱਧ ਵੀ ਦਿੰਦੀ ਹੈ। ਮਾਸ਼ਾਅੱਲਾ। ਅੱਛਾ ਸਰ, ਬੱਚਿਆਂ ਨੂੰ ਪਾਲਣ ਦੀ ਕੋਈ ਛੋਟੀ ਜੀ ਸਾਡੇ ਵੀਵਰਸ ਲਈ ਟਿਪਸ ਦਿਓ ਜੀ ਕਿ ਬੱਚੇ ਜਿਹੜੇ ਆ ਜੀ ਉਹਨਾਂ ਨੂੰ ਪਾਲੀਏ ਤਾਂ ਕਿ ਐਕਸਪਾਇਰ ਨਾ ਹੋਣ। ਉਹਨਾਂ ਦੀ ਸਰ, ਫਸਟ ਜਿਹੜੀ ਹੈ ਨਾ ਗੱਲ ਸੁਣੋ ਨਾ, ਦੇਖਭਾਲ ਉਹ ਹੁਣ ਬੱਚਿਆਂ ਦੇ ਕਾਫੀ ਇਸ਼ੂ ਆ ਜਾਂਦਾ ਜੀ ਯਾਰ, ਉਹ ਅੱਖਾਂ 'ਚੋਂ ਪਾਣੀ ਤੇ ਨਜ਼ਲਾ ਜ਼ੁਕਾਮ ਹੋਇਆ ਰਹਿੰਦਾ ਹੈ। ਬਿਲਕੁਲ। ਤੇ ਬਾਕੀ ਹਰ ਬੰਦੇ ਦਾ ਇੱਕ ਆਪਣਾ ਰਿਜ਼ਲਟ ਹੈ। ਮੈਂ ਤੇ ਉਹਨਾਂ ਨੂੰ ਇਹੀ ਕਹਾਂਗਾ ਕਿ ਹੁਣ ਕਾਫੀ ਦਿਨ ਨੇ ਗਰਾਈ ਵੈਡਰ, ਤੇ ਹੁਣ ਗਰਾਈ ਵੈਡਰ ਅੱਗੇ ਹੀ ਠੰਡਾ ਹੈ ਠੰਡ ਦੀ ਵਜ੍ਹਾ ਨਾਲ। ਬਿਲਕੁਲ ਬਿਲਕੁਲ। ਤੇ ਉਹਨਾਂ ਨੂੰ ਮੇਰਾ ਭਰਾ ਟੈਰਾਮਾਈਸਿਨ ਟੀਕਾ ਹੁੰਦਾ ਇੱਕ, ਜੀ ਜੀ। ਉਹਨੂੰ ਲਾਣਾ ਨਹੀਂ ਹੈ। ਹੈ। ਉਹਦੇ ਜੋ ਮਸਾਲ ਤੋਂ ਜਿੰਨੇ ਹਿਸਾਬ ਦਾ ਫਲ ਹੈ ਨਾ, ਉੱਤੇ ਉਹਦੇ ਲਿਖਿਆ ਵੀ ਹੁੰਦਾ ਮੁਕੰਮਲ। ਠੀਕ ਹੋ ਗਿਆ। ਉਹ 2 ਸ਼ੀਸ਼ੀ ਕੱਢ ਕੇ ਨਾ, ਜੀ, ਜੇ ਜੀ। ਛੋਟਾ ਫਲ ਇੱਕ ਸ਼ੀਸ਼ੀ ਕਰ ਲਓ, ਉਹਨਾਂ ਨੂੰ ਪਿਲਾਓ। ਠੀਕ ਹੋ ਗਿਆ। ਪਿਲਾਉਣ ਦਾ ਰਿਜ਼ਲਟ ਹੈ ਅਲਹਮਦੁਲਿਲਾ ਅੱਛਾ, ਉਹਦਾ ਨਜ਼ਲਾ ਬੁਖਾਰ ਵੀ ਨਹੀਂ ਹੁੰਦਾ, ਜਿਹੜਾ ਅੱਖਾਂ 'ਚੋਂ ਪਾਣੀ ਵਗੈਰਾ ਕੱਢਦੇ ਨੇ ਸੈੱਟ ਹੋ ਜਾਂਦੇ ਨੇ। ਮੈਂ ਤੇ ਅਕਸਰ ਮੇਰੇ ਬੱਚਿਆਂ ਨੂੰ ਪਿਲਾ ਦਿੰਦਾ। ਠੀਕ ਹੈ ਮਾਸ਼ਾਅੱਲਾ। ਅੱਛਾ ਸਰ, ਹੁਣ ਇਹ ਦੱਸੋ ਕਿ ਬੱਚਿਆਂ ਨੂੰ ਦੁੱਧ ਜਿਹੜਾ ਹੈ ਹਾਂਜੀ, ਉਹ ਮੈਕਸਿਮਮ ਕਿਤਨੇ ਟਾਈਮ ਤੱਕ ਪਿਲਾਉਣਾ ਚਾਹੀਦਾ, ਜਿਹੜਾ ਬਿਹਤਰ ਹੈ? ਵੇਖੋ ਨਾ ਕਿ ਬੱਕਰੀ ਜਦੋਂ ਸੂੰਦੀ ਹੈ ਜੀ। ਉਦੋਂ ਕੋਸ਼ਿਸ਼ ਕਰੋ ਕਿ ਬੱਚੇ ਨੂੰ ਨਾਰਮਲ ਦੁੱਧ ਹੀ ਪਿਲਾਇਆ ਜਾਵੇ, ਜ਼ਿਆਦਾ ਦੁੱਧ ਨਾ ਪਿਲਾਇਆ ਜਾਵੇ। ਠੀਕ ਹੋ ਗਿਆ। ਦੁੱਧ ਦਾ ਤੁਸੀਂ ਦੁੱਧ ਪਿਲਾਓਗੇ ਤੇ ਬੱਚਾ ਫਿਰ ਐਕਸਪਾਇਰ ਹੋਣ ਦਾ ਖਤਰਾ ਹੁੰਦਾ ਹੈ। ਠੀਕ ਹੋ ਕਿ ਉਹਦੇ ਵਿੱਚ ਉਸ ਟਾਈਮ ਮਾਸੂਮ ਹੁੰਦਾ, ਪੀ ਜਾਂਦਾ ਉਹਦੇ ਤੋਂ ਹੱਦ ਤੋਂ ਜ਼ਿਆਦਾ, ਫਿਰ ਉਹਨੂੰ ਪੇਟ ਲੱਗ ਜਾਣਾ, ਫਿਰ ਉਹ ਬੱਚਾ ਲੂਲਾ ਹੋ ਜਾਂਦਾ ਹੈ। ਅਸੀਂ ਬੱਕਰੀਆਂ ਨੂੰ ਦੁੱਧ ਪਿਲਾਉਂਦੇ ਹਾਂ ਜਦੋਂ ਮਾਸ਼ਾਅੱਲਾ ਵੱਡੀਆਂ ਬੱਕਰੀਆਂ ਨੇ, ਤੇ ਅਗਰ 3 ਬੱਚੇ ਨੇ ਅਸੀਂ ਫਿਰ ਵੀ ਦੁੱਧ ਕੱਢ ਲੈਂਦੇ ਹਾਂ। ਠੀਕ ਹੋ ਗਿਆ। ਜਦੋਂ 4 ਦਿਨ 5 ਦਿਨ ਜਿਵੇਂ ਉਹ ਅੱਛਾ ਗਰੋ ਕਰਦਾ ਜਾਂਦਾ, ਉਹਨੂੰ ਫਿਰ ਦੁੱਧ ਛੱਡਦੇ ਜਾਂਦੇ ਹਾਂ। ਜਦੋਂ ਵਾਵਾ ਹੋ ਜਾਂਦਾ 1 ਮਹੀਨੇ ਤੱਕ, ਫਿਰ ਉਹ ਸਾਰਾ ਆਪ ਹੀ ਪੀ ਜਾਂਦਾ ਹੈ। ਮਾਸ਼ਾਅੱਲਾ। ਹਾਂਜੀ। ਅੱਛਾ ਸਰ, ਲਾਸਟ ਦੇ ਵਿੱਚ ਇਹ ਦੱਸ ਦਿਓ ਹੁਣ ਕਿ ਬੱਕਰੀ ਜਿਹੜੀ ਹੈ ਉਹਦੀ ਬਰੀਡਿੰਗ ਅਗਰ ਕਰਵਾਉਣੀ ਹੈ ਜੀ, ਤੇ ਉਹਦੇ ਲਈ ਬੱਕਰੀ ਜ਼ਿਆਦਾ ਜਿਹੜੀਆਂ ਪੁਆਇੰਟ ਵਾਲੀ ਲੈਣੀ ਚਾਹੀਦੀ ਹੈ, ਜਾਂ ਬਰੀਡਰ ਜਿਹੜਾ ਹੈ ਬੱਕਰਾ ਉਹ ਪੁਆਇੰਟ ਵਾਲਾ ਲੈਣਾ? ਤੇਰੇ ਭਾਈ ਗੱਲ ਪਤਾ ਕੀ ਹੈ, ਜੀ। ਅਗਰ ਤੁਹਾਡੇ ਕੋਲ ਬੱਕਰੀ ਨਾਰਮਲ ਹੈ ਨਾ, ਠੀਕ ਹੈ। ਨਾਰਮਲ ਤੋਂ ਮੁਰਾਦ ਹੈ ਕਿ ਇਨੀ ਵੀ ਨਾਰਮਲ ਨਾ ਹੋਵੇ, ਯਾਨੀ ਪੂਰੇ ਦੇ ਹਿਸਾਬ ਦੀ ਬੱਕਰੀ ਹੈ, ਜੀ, ਬਿਲਕੁਲ। ਤੇ ਬਰੀਡਰ ਅੱਛਾ ਛੱਡ ਦੋਗੇ ਅਲਹਮਦੁਲਿਲਾ ਤੁਹਾਡੀ ਬਹੁਤ ਅੱਛੀ ਨਸਲ ਬਣ ਜਾਏਗੀ। ਜ਼ਬਰਦਸਤ। ਜਿਹੜੀਆਂ ਅਗਾਂ ਉਹਦੇ ਚੋਂ ਪੱਠਾ ਚੱਲਣਗੀਆਂ ਉਹ ਫਿਰ ਤੇ ਕੀ ਬਾਤ ਹੈ। ਠੀਕ ਹੋ ਗਿਆ। ਹੁਣ ਇੱਕ ਦੋਸਤ ਹੈ ਨਾ, ਉਹਨਾਂ ਕੋਲ ਬੱਕਰੀ ਹੈ ਪੂਰੀ ਜੇ ਹਿਸਾਬ ਦੀ, ਅਗਰ ਉਹਨਾਂ 'ਚ ਅੱਛਾ ਮਾਸ਼ਾਅੱਲਾ ਵੱਡੇ ਬਰੀਡਰ ਫਿਰਦੇ ਨੇ, ਇਹਨਾਂ ਦੇ ਬਰੀਡਰ ਕ੍ਰਾਸ ਹੋ ਜਾਏ, ਜਿਹੜੀਆਂ ਉਹਦੀਆਂ ਲੈ ਲੀਆਂ ਹੋਣਗੀਆਂ ਨਾ, ਜੀ, ਉਹ ਜੀ। ਮਾਸ਼ਾਅੱਲਾ ਸ਼ੌਂਕ ਵਾਲੀਆਂ ਹੋਣਗੀਆਂ। ਮਾਸ਼ਾਅੱਲਾ। ਹਾਂਜੀ। ਅੱਛਾ ਸਰ, ਤੁਹਾਡੇ ਯਾਨੀ ਕਿ ਇਸ ਕਹਿਣ ਦਾ ਮਕਸਦ ਹੈ ਕਿ ਜਿਹੜਾ ਬੱਚਾ ਹੈ, ਜਿਹੜੀ ਜੀ। ਬਰੀਡ ਹੈ, ਉਹ ਜ਼ਿਆਦਾਤਰ ਬਾਪ ਦੇ ਸਿਰ ਤੇ ਚੱਲਦੀ ਹੈ। ਹਾਂਜੀ, ਬਾਪ ਦੇ ਸਿਰ ਤੇ ਜ਼ਿਆਦਾਤਰ ਉਹ ਬੱਚੇ ਬਾਪ ਤੇ ਹਾਂਜੀ, ਜਾਂਦੇ ਨੇ। ਬਿਲਕੁਲ। ਠੀਕ ਹੋ ਗਿਆ। ਅੱਛਾ ਸਰ, 10 ਬੱਕਰੀਆਂ ਲਈ ਹੁਣ ਬਰੀਡਰ ਜਿਹੜਾ ਹੈ ਨਾ, ਜੀ। ਉਹ ਇੱਕ ਬਹੁਤ ਹੈ? ਹਾਂਜੀ, ਇੱਕ ਈਜ਼ੀਲੀ ਬਹੁਤ ਹੈ ਜੀ। ਈਜ਼ੀਲੀ ਹਾਂਜੀ। ਬਹੁਤ ਹੈ। ਅਲਹਮਦੁਲਿਲਾ ਮੇਰੇ ਕੋਲ ਤੇ ਹੈ 60-65 ਬੱਕਰੀ, ਮੈਂ 2 ਬਰੀਡਰ ਛੱਡੇ ਹੋਏ, ਲੇਕਿਨ ਇੱਕ ਬੜਾ ਹੈ 10 ਬੱਕਰੀਆਂ ਵਾਸਤੇ। ਹਾਂਜੀ। ਅੱਛਾ ਸਰ ਜੀ, ਆਪਣੀ ਇਹ ਵੀਡੀਓ ਦੇਖ ਕੇ ਜੀ। ਅਗਰ ਕੋਈ ਭਾਈ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ, ਜੀ, ਮੈਂ ਤੁਹਾਡੇ ਕੋਲ ਤਾਬੇਦਾਰ ਕੋਈ ਚੀਜ਼ ਸਰ। ਲੈਣੀ ਚਾਹਵੇ, ਜੀ। ਤੇ ਸੇਲ ਕਰ ਦਿਓਗੇ ਉਹਨਾਂ ਨੂੰ? ਬਿਲਕੁਲ ਕਰਦੇ ਆਂ, ਕੋਈ ਦੋਸਤ ਆਣ ਆ ਕੇ ਮਾਲ ਵੇਖਣ, ਠੀਕ ਹੈ, ਤੇ ਅਲਹਮਦੁਲਿਲਾ ਸੇਲ ਕਰ ਦਿੰਦੇ ਆ। ਵੈਸੇ ਅੱਲਾਹ ਪਾਕ ਦਾ ਸ਼ੁਕਰ ਹੈ, ਆਪਾਂ ਆਨਲਾਈਨ ਵੀ ਮਾਲ ਦਿੱਤਾ, ਅੱਜ ਤੱਕ ਕਦੇ ਸ਼ਿਕਾਇਤ ਨਹੀਂ ਆਈ। ਮਾਸ਼ਾਅੱਲਾ। ਅੱਲਾਹ ਪਾਕ ਦਾ ਬੜਾ ਕਰਮ ਹੈ। ਜ਼ਬਰਦਸਤ। ਸਰ ਆਪਣੇ ਕੋਲ ਇਸ ਟਾਈਮ ਕੋਈ ਚੀਜ਼ ਅਵੇਲੇਬਲ ਹੈ ਜਿਹੜੀ ਫॉर ਸੇਲ ਹੈਗੀ ਹੈ? ਸਰ ਵੈਸੇ ਅਵੇਲੇਬਲ ਨਹੀਂ ਹੈ, ਠੀਕ ਹੈ। ਲੇਕਿਨ ਬੱਕਰੀਆਂ ਤੁਹਾਡੇ ਸਾਹਮਣੇ ਨੇ, ਜੋ ਦੋਸਤ ਨੂੰ ਪਸੰਦ ਆ ਜਾਏ। ਸਾਨੂੰ ਆਪਣੀ ਬਰੀਡ ਜਿਹੜੀ ਹੈ ਬੱਚੇ ਉਹ ਦਿਖਾਓ। ਸਰ ਵੇਖ ਲਓ, ਬੱਚੇ ਬਰੀਡ ਫਿਰਦੀ ਹੈ ਵਿੱਚ। ਅੱਛਾ ਸਰ ਜੀ, ਇਹ ਆਪਣੀ ਬਰੀਡ ਹੈ ਸਰ? ਹਾਂਜੀ ਸਰ। ਮਾਸ਼ਾਅੱਲਾ। ਸਰ ਇੱਕੋ ਬੱਕਰੀ ਦੇ ਆ ਬੱਚੇ? ਨਹੀਂ ਸਰ, ਇਹਦੀ ਮਾਂ ਅਲੱਗ ਹੈ, ਇਹਦੀ ਅਲੱਗ ਹੈ। ਅੱਛਾ ਹਾਂਜੀ ਸਰ, ਕਿੰਨੀ ਕੁ ਉਮਰ ਦੇ ਆ? ਵੀਰ ਜੀ, ਇਹ ਵਾਲਾ 4.5 ਮਹੀਨਿਆਂ ਦੀ ਲੈ ਲਈ ਹੋਗੀ, ਇਹ ਵਾਲੀ 3 ਮਹੀਨਿਆਂ ਦੀ ਹੈ। ਅੱਛਾ ਮਾਸ਼ਾਅੱਲਾ। ਜ਼ਬਰਦਸਤ। ਇਹ ਦੇਖੋ ਮਾਸ਼ਾਅੱਲਾ, ਸਿੰਘ ਚੈੱਕ ਕਰੋ, ਬਿਲਕੁਲ ਛੋਟਾ ਸਿੰਘ। ਮਾਸ਼ਾਅੱਲਾ। ਅੰਬਰਸਰੀ ਬੀਤਲ ਦੀ ਨਿਸ਼ਾਨੀ ਹੁੰਦੀ ਹੈ, ਛੋਟਾ ਸਿੰਘ ਮਾਸ਼ਾਅੱਲਾ, ਤੋਤਾ ਨੱਕ। ਜ਼ਬਰਦਸਤ। ਮਾਸ਼ਾਅੱਲਾ ਸਰ। ਜੀ ਸਰ। ਸਰ ਆਪਣਾ ਬਰੀਡਰ ਤਿਆਰ ਕਰ ਰਹੇ ਹਾਂਜੀ ਸਰ, ਇਹ ਨੈਕਸਟ ਇਹ ਬਰੀਡਰ ਤਿਆਰ ਕਰ ਰਿਹਾ ਹਾਂ। ਮਾਸ਼ਾਅੱਲਾ। ਜ਼ਬਰਦਸਤ। ਅਲਹਮਦੁਲਿਲਾ ਮੇਰੇ ਕੋਲ ਇਹਦਾ ਪਿਓ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਦੇ ਰਿਹਾ ਬੱਚਿਆਂ ਦੇ। ਹੁਣ ਜ਼ਬਰਦਸਤ 6 ਦੰਦ ਹੋ ਗਏ, ਹੁਣ ਮੇਰਾ ਇਰਾਦਾ ਹੈ ਕਿ ਮੁੱਛੋਂ ਲੈ ਲਾਇਆ ਤਿਆਰ ਕੀਤਾ ਹੈ ਮੈਂ ਦੁਬਾਰਾ ਬਰੀਡ ਵਾਸਤੇ। ਸਰ ਇਹਦੀ ਉਮਰ ਮੈਕਸਿਮਮ? ਸਰ ਇਹ 6 ਤੋਂ 7 ਮਹੀਨੇ ਏਜ ਹੈ ਜੀ ਇਹਦੀ। ਮਾਸ਼ਾਅੱਲਾ। ਹਾਂਜੀ ਅਲਹਮਦੁਲਿਲਾ, ਲੈ ਮਾਂ ਨੂੰ ਚੁੰਗਦਾ ਜੀ। ਇਹਦੀ ਮਾਂ ਵੀ ਖਲੋਤੀ ਹੈ ਤੇ ਉਹ ਵੀ ਵਿਖਾ ਸਕਦੇ। ਸਰ ਇਸ ਟਾਈਮ ਹਾਈਟ ਮੈਕਸਿਮਮ ਕਿੰਨੀ ਕੁ ਹੈ? ਸਰ ਅਸੀਂ ਤੇ ਨਾਪਿਆ ਕੋਈ ਨਹੀਂ ਹੈ, ਬਾਕੀ ਤੁਹਾਡੇ ਸਾਹਮਣੇ ਹੈ, ਵੇਖ ਲਓ। ਸਰ ਇਹ ਕੁਆਲਿਟੀ ਹੁੰਦੀ ਹੈ ਨਾ, ਵੇਖੋ ਨਾ, ਹਰ ਵਸੀ ਬਰੀਡਰ ਰੱਖਣ ਦਾ ਇੱਕ ਮਕਸਦ ਹੁੰਦਾ ਹੈ ਕਿ ਉਹਦੇ 'ਚ ਹਰ ਚੀਜ਼ ਵੇਖੋ। ਹੁਣ ਵੇਖੋ ਇਹਦਾ ਕੰਨ ਵੇਖੋ, ਇਹ ਲੱਤ ਵੇਖੋ, ਜਿਹੜਾ ਬਰੀਡਰ ਹੈ ਉਹਦੀ ਲੱਤ ਵੇਖੋ ਕਿ ਡਬਲ ਹੱਡੀ 'ਚ ਲੱਤ ਹੈ ਨਾ, ਇਹ ਵਾਲੀ।
ਫਿਰ ਤੁਸੀਂ ਖੋਚ ਪਿਛਲੀ ਵੇਖੋ, ਇਹ ਪਤੂਲੇ ਵੇਖੋਗੇ ਬੱਕਰੇ ਦੇ ਅੱਛੇ ਮਾਸ਼ਾਅੱਲਾ ਬਣਾਵਟ ਬਹੁਤ ਅੱਛੀ ਹੈ। ਹਾਂਜੀ, ਫਿਰ ਉਹ ਬਰੀਡਰ ਦੇ ਵਿੱਚ ਦੁੱਧ ਦੇ ਵਿੱਚ ਵੀ ਕਾਮਯਾਬ ਬੱਕਰੀਆਂ ਹੁੰਦੀਆਂ ਨੇ ਨਾ, ਚਲੋ ਤਾਂ ਕਿ ਥਣ ਚੱਡਾ ਚੰਗੀਆਂ ਕੱਢਦੀਆਂ ਨੇ ਬੱਕਰੀਆਂ। ਬਿਲਕੁਲ ਸਰ, ਆਪਣਾ ਬਰੀਡਰ ਵੀ ਦਿਖਾਓ ਜਿਨ੍ਹਾਂ ਦੀ ਹੈ ਬਰੀਡ। ਜੀ ਸਰ, ਇਹ ਬਰੀਡਰ ਆਪਣਾ? ਹਾਂਜੀ ਸਰ, ਇਹ ਬਰੀਡਰ ਹੈ ਸਰ। ਜਿਹੜੀਆਂ ਪੱਠਾ ਹੁਣੇ ਦੇਖੀਆਂ ਬਿਲਕੁਲ ਇਸੇ ਦੀਆਂ ਭਾਈ ਜੀ ਧੀਆਂ ਨੇ। ਮਾਸ਼ਾਅੱਲਾ। ਠੀਕ ਹੈ, ਮਾਸ਼ਾਅੱਲਾ ਮੇਰੀ ਬਰੀਡ ਇਸੇ ਕੋਲੋਂ ਸਾਰੀ ਮੈਂ ਲੈ ਰਿਹਾ ਹੁਣ। ਜ਼ਬਰਦਸਤ। ਇਹ ਮਾਸ਼ਾਅੱਲਾ ਮੂੰਹ ਵੇਖੋ 6 ਦੰਦ ਹੋ ਗਿਆ ਜੇ ਜੀ ਮਾਸ਼ਾਅੱਲਾ। ਇਹ ਵੇਖੋ ਜ਼ਬਰਦਸਤ। ਔਰ ਮਾਸ਼ਾਅੱਲਾ 45 ਇੰਚ ਦੀ ਹਾਈਟ ਹੈ ਜੀ, ਮਾਸ਼ਾਅੱਲਾ 60 ਲੰਬਾਈ ਹੈ। ਜ਼ਬਰਦਸਤ। ਵੇਖੋ ਨਾ ਮਾਸ਼ਾਅੱਲਾ ਬਰੀਡਰ ਚੈੱਕ ਕੀਤਾ ਜਾਂਦਾ ਹੈ, ਜਿਹੜਾ ਅੱਜ ਕੱਲ ਦੇ ਸ਼ੌਕੀਨ ਨੇ ਉਹ ਕਹਿੰਦੇ ਨੇ ਕੰਨ ਹੋਣ, ਯਾਰ ਖਾਲੀ ਕੰਨ ਨਾ ਵੇਖਿਆ ਕਰੋ। ਇਹ ਵੇਖੋ ਮਾਸ਼ਾਅੱਲਾ ਕੰਨ ਬੱਕਰੇ ਦੇ। ਬਿਲਕੁਲ ਬਿਲਕੁਲ। ਠੀਕ ਹੈ, ਉਸ ਤੋਂ ਇਲਾਵਾ ਇਹ ਸਿੰਘ ਚੈੱਕ ਕਰੋ, ਇਹਨੂੰ ਅਸੀਂ ਕਹਿੰਦੇ ਆ ਉੱਚਾ ਮੱਥਾ। ਇਹ ਵੇਖੋ ਇੰਨਾ ਸਿੰਘ ਚੌੜਾ ਤੇ ਪਿੱਛੇ ਖੂਤੀ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਬੱਕਰੇ ਦੀ ਲੰਬਾਈ ਚੈੱਕ ਕਰੋ ਮਾਸ਼ਾਅੱਲਾ। अच्छा सर जी, अगर कोई दोस्त भाई ਤੁਹਾਡੇ ਨਾਲ ਰਾਬਤਾ ਕਰਨਾ ਚਾहे ਤੇ ਆਪਣਾ ਫੋਨ ਨੰਬਰ ਵੀ ਦੇ ਦਿਓ जी। फ़ोन नंबर 0307 6940 187। खलील गुजर मेरा नाम है। व्हाट्सएप भी ऐसे थे, कॉल भी ऐसे थे सर। ठीक हो गया जी, बहुत शुक्रिया सर। ठीक, मैं ताबेदार।